ਦੇ बहुत ही सूझवान SSP साहब श्री सुभाषन शर्मा जी, साडे इंडस्ट्री चैंबर की आन बान ते शान डॉक्टर AR शर्मा जी ਅਤੇ साडे हरमन प्यारे संगरूर डिस्ट्रिक्ट इंडस्ट्री चैंबर के प्रधान घनश्याम कांसल जी, जिन्हों की बदौलत अज मीटिंग अरेंज हो पाई है। ਅਸੀਂ ਇਹਨਾਂ ਸਾਰਿਆਂ ਦਾ ਸਾਰੇ ਵਪਾਰ ਮੰਡਲ ਦੇ ਆਗੂ ਭਰਾ ਅਤੇ ਇੰਡਸਟਰੀ ਚੈਂਬਰ ਦੇ ਮੈਂਬਰ ਸਾਹਿਬਾਨਾਂ ਦਾ ਨਾਲ ਮਿਲ ਕੇ ਵੈਲਕਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਾਡੇ ਵਿੱਚ ਪੰਜਾਬ प्रदेश व्यापार मंडल संगरूर प्रेजिडेंट संगरूर के भी आए ने। मैं रिक्वेस्ट कर मुख्य मेहमान साडे पंजाब के डिप्टी CM श्री OP सोनी जी, साडे इस हल्के के MLA ने सोचे व्यापारी मेहमानों का अज इस समाज के नाम से जीआई मेरा वेलकम करना और उत्थे OP सोनी को भी व्यापारी भरा के नाल एक रिक्वेस्ट करना कि कोरोना टाइम के साडे जो टाइम की बड़ी सरकार ने साथ दे साथ दिता और जो चुनी साहब के मुख्यमंत्री बनने तो बाद और डिप्टी CM बनने तो बाद जो सहूलत पंजाब के लोगों के लिए अनाउंस कर रहे हैं या करने जा रहे हैं, मैं व्यापारी भरा की बेनती करता सारे उन्होंने भी जो बिजली के फिक्स चार्जिस ने उन्होंने व्यापारी भरावां का विशेष पैकेज अनाउंस किया जाए और जो साडे टैक्सिस ने 5 तो 12% करने जा रहे हैं, जिसका किसान भरावां के हित में फैसले लेने बैठ गए, साडे व्यापारी भरावां के हित में उन्होंने फैसले लैके सानू घट्टो घट्ट अंदर बेस स्टॉक की जो एक्स्ट्रा टैक्स भरना पैना वो मांग तो बजाया जाए, साडी ये रिक्वेस्ट है। और एक तो मुद्दे साडे जो परसों मेंबर इन्होंने देवांगे, असीं वो प्रोग्राम खत्म तो देवांगे, मिलांगे, दसांगे, मुश्किल है नहीं। एक बार फिर बहुत बहुत सारा इंजीनियर और धन्यवाद। सत श्री अकाल जी सर। कुछ भी हो बस चलते रहना, ठोकरें कब तक रास्ता रोक पाएंगी। अगर कोशिशों में जान है तो हर मुश्किल आसान है, आसान है, आसान है। गति, आचरण, अमल और व्यवहार की प्रतीक बनी चन्नी सरकार के मुख्य स्तंभ, व्यापारियों के प्रहरी, पंजाब और मलेरकोटला ब्लॉक बनने के नाल मलेरकोटला संगरूर ਅਤੇ बरनाला तीनों सर ਅਸੀਂ ਇਕੱਠੇ रल के ਜਿਹੜਾ ਹੈਗਾ ਚੈਂਬਰ ਦਾ ਕੰਮ ਕਰ ਰਹੇ ਹਾਂ। ਜੇ ਮੈਂ ਅੱਜ ਇਹ ਗੱਲ ਡਿਪਟੀ CM ਸਾਹਿਬ ਦੀ ਹਾਜ਼ਰੀ ਵਿੱਚ ਚੇਅਰਮੈਨ ਸਾਹਿਬ ਕਹਾਂ ਤਾਂ ਜਿਹੜਾ ਇਹ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਹੈ ਸਡੀਕ ਪੰਜਾਬ ਆਪਾਂ ਕਹੀਏ ਤਾਂ ਮੇਰੇ ਖਿਆਲ ਸੇਠ ਸਾਹਿਬ ਜ਼ਿਆਦਾ ਵਧੀਆ ਹੋਊਗਾ। ਹੁਣ ਪੰਜਾਬ ਦੇ ਲੈਵਲ ਦਾ ਹੋ ਗਿਆ ਚੈਂਬਰ ਤੇ ਸਡੀਕ ਪੰਜਾਬ ਅੱਜ ਤੋਂ ਬਾਅਦ ਅਸੀਂ ਇਹਨੂੰ ਸਡੀਕ ਪੰਜਾਬ ਦੇ ਨਾਮ ਦੇ ਉੱਤੇ ਕਿਹਾ ਕਰਾਂਗੇ, ਕਿਉਂਕਿ ਹੁਣ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸੇਠ ਸਾਹਿਬ ਬੈਠੇ ਨੇ, ਮੰਡੀ ਗੋਬਿੰਦਨਗਰ ਦੇ ਵਿੱਚ ਸਾਡੇ ML ਗੁਪਤਾ ਜੀ ਬੈਠੇ ਆ, ਹਰ ਜਗ੍ਹਾ ਦੇ ਉੱਤੇ ਸਾਡੇ ਜਿਹੜੇ ਇੰਡਸਟਰੀਅਲਿਸਟ ਦੇ ਜਿਹੜੇ ਆਪਣੇ ਭਰਾ ਨੇ ਅਸੀਂ ਰਲ ਕੇ ਜਿਹੜਾ ਕੰਮ ਕਰਨਾ ਹੈ। ਮੈਂ ਤਾਂ ਡਿਪਟੀ CM ਸਾਹਿਬ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ, ਕਿਉਂਕਿ ਜਦੋਂ ਸਭ ਤੋਂ ਪਹਿਲੀ ਸਾਡੀ ਐਨੂਅਲ ਕਾਨਫਰੰਸ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਉਦੋਂ ਜਨਾਬ ਚੀਫ ਗੈਸਟ ਸੀ ਤੇ ਅਸੀਂ ਜਿੰਨੀਆਂ ਤੁਹਾਨੂੰ ਗੱਲਾਂ ਕੀਤੀਆਂ, ਸਾਡੀ ਸਭ ਤੋਂ ਪਹਿਲੀ ਮੀਟਿੰਗ ਉਸ ਸਮੇਂ ਦੇ ਕੈਪਟਨ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਸੁਣਨੇ ਕਰਾਈ ਅਤੇ ਸਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਸੇਠ ਪਿਆਰਾ ਲਾਲ ਜੀ ਦੀ ਅਗਵਾਈ ਦੇ ਵਿੱਚ ਤੁਸੀਂ ਮੰਨੀਆਂ ਅਤੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਕਿਉਂਕਿ ਡਿਪਟੀ CM ਸਾਹਿਬ ਉਸ ਟਾਈਮ ਵਿੱਚ ਸੀ। ਦੋਸਤੋ ਜਾਂ ਤਾਂ ਅੰਮ੍ਰਿਤਸਰ ਤੋਂ ਮੰਗਾਂ ਰੱਖੀਆਂ ਗਈਆਂ ਸੀ ਜੈਨ ਸਾਹਿਬ ਵੱਖ-ਵੱਖ ਕੋਨਿਆਂ ਤੋਂ ਪੰਜਾਬ ਤੋਂ ਆਈਆਂ, ਪਰ ਜਿੰਨੀਆਂ ਮੰਗਾਂ ਸੀ ਡਿਸਟ੍ਰਿਕਟ ਸੰਗਰੂਰ ਤੋਂ ਡਾਕਟਰ AR ਸ਼ਰਮਾ ਜੀ ਨੇ ਦੱਸੀਆਂ ਅਤੇ ਨਾਲ ਅਸੀਂ ਸੋਲੂਸ਼ਨ ਦੱਸਿਆ। ਅਸੀਂ 80% ਮੰਗਾਂ ਸਾਰੇ ਵਪਾਰੀਆਂ ਦੇ ਇੰਡਸਟਰੀਅਲਿਸਟਾਂ ਦੇ ਬਣਾ ਕੇ ਲੈ ਕੇ ਆਏ ਸੀਗੇ। ਅੱਜ ਸਾਡੇ ਵਿੱਚ ਡਿਪਟੀ CM ਸਾਹਿਬ ਆਏ ਨੇ, 90% ਸਾਡੀਆਂ ਮੰਗਾਂ ਪੂਰੀਆਂ ਹੋਈਆਂ ਨੇ ਸਰ। ਅਸੀਂ ਧੰਨਵਾਦ ਕਰਦੇ ਹਾਂ ਸਾਰੇ ਇੰਡਸਟਰੀਅਲਿਸਟ ਔਰ ਸਾਡੇ ਇੰਡਸਟਰੀਅਲਿਸਟ ਖੁਸ਼ ਵੀ ਨੇ। ਜਿਹੜੀਆਂ ਥੋੜ੍ਹੀਆਂ ਬਹੁਤੀਆਂ ਨੋਟੀਫਿਕੇਸ਼ਨ ਰਹਿ ਗਈਆਂ ਜਨਾਬ ਨੇ ਕਿਹਾ ਵੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਸੀਂ ਜਲਦੀ ਪਾਸ ਕਰਾਂਗੇ। ਕੁਝ ਸਾਡੀਆਂ ਸਰ ਹੋਰ ਮੰਗਾਂ ਨੇ, ਉਹ ਮੈਂ ਜ਼ਿਆਦਾ ਨਹੀਂ ਦੱਸੂ ਕਿਉਂਕਿ ਚੇਅਰਮੈਨ ਸਾਹਿਬ ਨੇ ਸਾਡੇ ਦੱਸਣੀਆਂ ਨੇ। ਮੈਂ ਤਾਂ ਸਿਰਫ ਇੱਕ ਹੀ ਗੱਲ ਕਹੂੰਗਾ ਸਰ, ਜੋ ਪਹਿਲਾਂ ਮੇਨ ਰੋਡ ਦੇ ਉੱਤੋਂ ਅਸੀਂ 30 ਮੀਟਰ ਹਟ ਕੇ ਇੰਡਸਟਰੀ ਲਗਾਉਂਦੇ ਹੁੰਦੇ ਸੀ, ਹੁਣ ਉਹਦੀ ਜਿਹੜੀ ਹੈ ਲਿਮਟ ਉਹ 500 ਮੀਟਰ ਕਰਤੀ ਸਰ। ਉਹ 500 ਮੀਟਰ ਬਹੁਤ ਜ਼ਿਆਦਾ ਹੈ, ਉਹਦੇ ਨਾਲ ਆਪਾਂ ਨੂੰ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਚਾਹੁੰਦੇ ਹਾਂ 30 ਮੀਟਰ ਅਗਰ ਤੁਹਾਨੂੰ ਘੱਟ ਲੱਗਦੀ ਹੈ ਤਾਂ ਤੁਸੀਂ ਉਹਨੂੰ 50 ਮੀਟਰ ਜਾਂ 100 ਮੀਟਰ ਕਰ ਦਿਓ, ਤਾਂ ਕਿ ਜਿਹੜੀ ਪੰਜਾਬ ਦੇ ਵਿੱਚ ਆਪਾਂ ਇੰਡਸਟਰੀ ਡਿਵੈਲਪ ਕਰਨਾ ਚਾਹੁੰਦੇ ਹਾਂ ਉਹ ਬਹੁਤ ਜ਼ਿਆਦਾ ਇੰਡਸਟਰੀ ਹੋਰ
ਆਪਾਂ ਜੀ ਇਹ ਮੈਟਰ ਆਪਾਂ ਬਾਅਦ ਡਿਸਕਸ ਕਰਾਂਗੇ ਮੰਡੀ ਦਾ। ਹਾਂ ਮੰਡੀ ਦਾ ਬਹਿ ਕੇ हाँ जी सर टाइम करना राइट साइड ਅੱਛਾ ਦੋ ਆਪ ਫਾਈਲ ਦੋ ओके सही काम है ਹਾਂ ਜੀ ਤੁਹਾਡੇ ਅੱਗੇ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਪਰਿਵਾਰ ਚੜਾ ਕੇ ਤੇ ਵਪਾਰੀ ਵਰਗ ਇਸ ਗੱਲ ਦੀ ਗਾਰੰਟੀ ਦਿੰਦਾ ਕਿ ਅਗਲੇ ਸਾਲ ਤੁਹਾਡੇ ਨਾਲ ਪੂਰਾ बेनूरी पे रोती है। हजारों वर्ष नरगिस अपनी बेनूरी पे रोती है, बड़ी मुश्किल से होता है चमन में दीदावर पैदा, बड़ी मुश्किल से होता है चमन में दीदावर पैदा। जैन साहब ने भी करी, जिसकी गल साडे सेठ साहब ने भी करी। सर ये पहली गल तो है कि ये टैक्स जिहड़ा हैगा किसी स्टेट च नहीं हैगा, सिर्फ पंजाब च। साडे अपनी पैदाइश है 1918 ਦੇ ਵਿੱਚ ਲੱਗਿਆ ਸੀਗਾ, 2018 ਦੇ ਵਿੱਚ ਲੱਗਿਆ ਸੀ ਟੈਕਸ। ਇਹਦੇ ਵਿੱਚ ਕੀ ਹੈ ਕਿ 200 ਰੁਪਏ ਮਹੀਨਾ ਕੱਟਣਾ ਅਸੀਂ ਹਰ ਮੁਲਾਜ਼ਮ ਤੋਂ ਜਿਹਦੀ ਇਨਕਮ 2.5 ਲੱਖ ਤੋਂ ਉੱਪਰ ਹੈ, ਸਾਲਾਨਾ ਇਨਕਮ 2.5 ਲੱਖ ਤੋਂ ਉੱਪਰ। ਹੁਣ ਇਨਕਮ ਟੈਕਸ ਦੀ ਸਲੈਬ ਵੀ 5 ਲੱਖ ਹੋ ਚੁੱਕੀ ਹੈ, ਲੇਕਿਨ ਇਹ 2.5 ਲੱਖ ਹੈ ਕਿ 2.5 ਲੱਖ ਤੋਂ ਉੱਪਰ ਅਗਰ ਇਨਕਮ ਹੈ ਤਾਂ 200 ਰੁਪਏ ਮਹੀਨਾ ਕੱਟਣਾ। ਅਸੀਂ ਸਾਡੀ ਜ਼ਿੰਮੇਵਾਰੀ ਹੈ ਅੰਪਲਾਇਰ ਦੀ, ਅਸੀਂ ਆਪਣਾ ਵੀ ਜਮ੍ਹਾਂ ਕਰਾਉਣਾ, ਕੰਪਨੀ ਨੇ ਵੀ ਆਪਣਾ ਜਮ੍ਹਾਂ ਕਰਾਉਣਾ, ਲੇਕਿਨ ਜਿਹੜੇ ਅੰਪਲਾਈ ਹੈ ਤਾਂ ਉਹਦਾ ਕੱਟ ਕੇ ਅਸੀਂ ਦੀ ਰਿਟਰਨਾਂ ਵੀ ਭਰਨੀਆਂ ਨੇ ਤੇ ਉਹਦਾ ਜਮ੍ਹਾਂ ਵੀ ਕਰਾਉਣਾ। ਹੁਣ ਜਿਹੜਾ ਵਿਅਕਤੀ 18,500 ਰੁਪਏ ਮਹੀਨਾ ਲੈ ਰਿਹਾ ਹੈ, 18,500 ਰੁਪਏ ਮਹੀਨਾ ਉਹਦੇ ਤੇ ਲਾਗੂ ਹੈ, ਕਿਉਂਕਿ ਵਿੱਚ ਬੋਨਸ ਪੈ ਕੇ 2.5 ਲੱਖ ਬਣ ਜਾਂਦਾ ਉਹਦਾ। 18,500 ਤੋਂ ਉਹਦਾ 12% ਪ੍ਰੋਵੀਡੈਂਟ ਫੰਡ ਕੱਟ ਜਾਂਦਾ ਹੈ, 2-2.5% ESI ਕੱਟ ਜਾਂਦੀ ਹੈ। ਯਾਨੀ ਕਿ ਜਿਹੜਾ 15,000 ਰੁਪਏ ਜਿਹਦੇ ਪੱਲੇ ਪੈ ਰਿਹਾ ਉਹਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਜੀ ਇਹ 200 ਰੁਪਇਆ ਜਿਹੜਾ ਟੈਕਸ ਹੈ ਇਹ ਤੁਸੀਂ ਜਮ੍ਹਾਂ ਕਰਾਓ, ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਓ। ਮੈਂ ਇੱਕੋ ਰਿਕੁਐਸਟ ਕਰਾਂਗਾ ਕਿ ਦੇਖੋ ਅਸੀਂ ਤੁਹਾਡੀ ਐਡੀ ਵੱਡੀ ਗੱਲ ਮੰਨ ਲਈ ਸਰਕਾਰ ਦੀ, ਇਲੈਕਸ਼ਨ ਦਾ ਮੌਕਾ ਅਸੀਂ ਸਮਝਦੇ ਹਾਂ, ਮੈਂ ਇਸ਼ੂ ਨਹੀਂ ਰੇਜ਼ ਕਰਨਾ ਚਾਹੂੰਗਾ ਉਹ, ਕਿਉਂਕਿ ਉਹ ਅਨਾਉਂਸਮੈਂਟ ਹੋ ਚੁੱਕੀ ਹੈ ਕਿ ਬੈਕ ਡੇਟ ਤੋਂ ਮਿਨੀਮਮ ਵੇਜਿਸ ਵਧਾਤੀਆਂ ਨੇ 415 ਰੁਪਏ 99 ਪੈਸੇ। ਜਦੋਂ ਪਹਿਲਾਂ ਮਾਰਚ ਦੇ ਵਿੱਚ ਨੋਟੀਫਿਕੇਸ਼ਨ ਆਇਆ ਸੀ, ਕੋਵਿਡ ਕਰਕੇ ਵਿਡਰਾ ਕਰ ਲਿਆ ਸੀਗਾ ਕਿ ਇੰਡਸਟਰੀ ਝੱਲਣ ਜੋਗੀ ਨਹੀਂ ਹੈ, ਪਰ ਹੁਣ ਫੇਰ ਨੋਟੀਫਿਕੇਸ਼ਨ ਉਹ ਬੋਲ ਕੇ 200 ਕੁਛ ਰੁਪਏ ਸੀ, 400 ਕੁਛ ਰੁਪਏ ਦਾ ਆ ਗਿਆ, ਉਹ ਵੀ 1 ਮਾਰਚ 2020 ਤੋਂ ਆ ਗਿਆ। ਇਹ ਆ ਗਿਆ, ਡਿਕਲੇਅਰ ਹੋ ਗਿਆ, ਅਨਾਉਂਸ ਹੋ ਗਿਆ। ਚੱਲਾਂਗੇ, ਔਖੇ ਚੱਲੀਏ ਸੌਖੇ ਚੱਲੀਏ, ਪਰ ਇੰਨੇ ਕੁ ਤੁਸੀਂ ਵੀ ਚੱਲ ਲਓ ਕਿ ਜੇ ਆਪਾਂ ਮੁਲਾਜ਼ਮਾਂ ਦਾ ਭਲਾ ਚਾਹੁੰਦੇ ਆ, ਇੰਡਸਟਰੀ ਵੀ ਕਰ ਰਹੀ ਹੈ ਜਿਵੇਂ ਔਖੀ ਕਰੇ ਸੌਖੀ ਕਰੇ, ਤੇ ਸਰਕਾਰ ਵੀ ਕੁਛ ਨਾ ਕੁਛ ਉਹਦੇ 'ਚ ਯੋਗਦਾਨ ਪਾਵੇ, ਇਹ ਪੰਜਾਬ ਡਿਵੈਲਪਮੈਂਟ ਟੈਕਸ ਐਕਟ ਨੂੰ ਖਤਮ ਕਰੇ। ਸਭ ਤੋਂ ਵੱਡੀ ਮੰਗ ਸਾਡੀ। ਦੂਸਰੀ ਮੈਂ ਰਿਕੁਐਸਟ ਕਰਾਂਗਾ ਕਿ ਇੱਕ ਸਟੇਟ ਗਰਾਊਂਡ ਵਾਟਰ ਅਥਾਰਟੀ ਕ੍ਰੀਏਟ ਹੋਈ ਹੈ, ਜਿਹੜਾ ਅੰਡਰਗਰਾਊਂਡ ਵਾਟਰ ਨਾਲ ਸੰਬੰਧਿਤ। ਸਟੇਟ ਗਰਾਊਂਡ ਵਾਟਰ ਅਥਾਰਟੀ ਦੇ ਵਿੱਚ ਜਿਹੜੇ ਚਾਰजेस ਪਾਣੀ ਦੇ, ਜਿਹੜਾ ਅਸੀਂ ਪਾਣੀ ਐਬਸਟ੍ਰੈਕਟ ਕਰਦੇ ਹਾਂ ਜ਼ਮੀਨ ਤੋਂ, ਉਹਦੇ ਜਿਹੜੇ ਚਾਰजेस ਨੇ ਇੰਨੇ ਜ਼ਿਆਦਾ ਨਜਾਇਜ਼ ਰੱਖੇ ਨੇ ਕਿ ਰਹੇ ਰੱਬ ਦਾ ਨਾਮ, ਉਹ ਸ਼ਾਇਦ ਉਹਦੇ ਨਾਲ ਇੰਡਸਟਰੀ ਅਨਵਾਇਬਲ ਹੀ ਹੋ ਜੂਗੀ। ਮੇਰੀ ਉਹਦੇ 'ਚ ਇੱਕੋ ਹੀ ਰਿਕੁਐਸਟ ਹੈ ਕਿ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਹੈਗੀ ਹੈ, ਸੈਂਟਰ ਦੀ ਬਣੀ ਹੋਈ, ਉਹਦੇ ਵੀ ਚਾਰजेस ਦੀ ਲਿਸਟ ਬਣੀ ਹੋਈ ਹੈ ਕਿ ਸਾਨੂੰ ਸੈਂਟਰ ਦੇ ਜੋ ਚਾਰਜ ਲੱਗਦੇ ਨੇ ਸਾਨੂੰ ਉਨਾ ਹੀ ਚਾਰਜ ਲਾਓ। ਅਸੀਂ ਘੱਟ ਨਹੀਂ ਕਹਿੰਦੇ, ਜੋ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਦੇ ਚਾਰजेस ਨੇ ਉਹੀ ਚਾਰजेस ਸਭ ਤੋਂ ਲੈ ਜਾਣ, ਇਹ ਤੋਂ ਵੱਧ ਨਾ ਲੈ ਜਾਣ, ਨਹੀਂ ਪੰਜਾਬ ਦੀ ਇੰਡਸਟਰੀ ਜਿਹੜੀ ਹੈ ਅਨਕੰਪੀਟੀਟਿਵ ਹੋ ਜਾਏਗੀ। ਕਿਉਂਕਿ ਦੂਜੀਆਂ ਸਟੇਟਾਂ 'ਚ ਦੇ ਵਿੱਚ ਕਿਸੇ ਨੇ ਸੈਂਟਰ ਨੂੰ ਅਡਾਪਟ ਕਰਿਆ ਹੈ, ਉਹ ਸੈਂਟਰ ਦਾ ਲੱਗ ਰਿਹਾ ਹੈ ਜਾਂ ਉਸ ਤਰ੍ਹਾਂ ਦਾ ਲੱਗ ਰਿਹਾ ਹੈ। ਜੇ ਸਾਡੇ ਇੱਥੇ ਡਬਲ ਰੇਟ ਪਾਣੀ ਦਾ ਹੋ ਗਿਆ ਤਾਂ ਇੱਥੇ ਵੀ ਇੰਡਸਟਰੀ ਨੂੰ ਕੰਪੈਰੀਟਿਵ ਮੁਕਾਬਲਾ ਕਰਨਾ ਬੜਾ ਮੁਸ਼ਕਲ ਹੋ ਜਾਊਗਾ। ਤਾਂ ਸਾਡੀ ਰਿਕੁਐਸਟ ਹੈ ਕਿ ਇਸ ਨੂੰ ਜਿਹੜਾ ਰੇਟ ਇਹਦੇ ਘਟਾ ਦਿੱਤੇ ਜਾਣ। ਤੀਸਰੀ ਗੱਲ ਜਿਹੜੀ ਮੈਂ ਕਹਿਣਾ ਚਾਹਾਂਗਾ ਉਹ ਰੈਗੂਲੇਟਰੀ ਨਾਲ ਤਾਲੁਕ ਰੱਖਦੀ ਹੈ ਕਿ ਪਹਿਲਾਂ ਜੇ ਅਸੀਂ ਕੋਈ ਫੈਕਟਰੀ ਲਾਉਣੀ ਸੀ ਜਾਂ ਵਧਾਉਣੀ ਸੀ ਤਾਂ ਉਹਦੇ 'ਚ ਨਕਸ਼ਾ ਪਾਸ ਕਰਾਉਂਦੇ ਸੀਗੇ, ਤਾਂ ਨਕਸ਼ਾ ਪਾਸ ਕਰਾਉਂਦੇ ਹੋਏ ਸਾਨੂੰ ਇੱਕੋ ਹੀ ਮਹਿਕਮਾ ਲੱਗਦਾ ਹੁੰਦਾ ਸੀ ਫੈਕਟਰੀਜ਼ ਐਕਟ, ਕਿਉਂਕਿ ਸਪੈਸ਼ਲਾਈਜ਼ਡ ਹੈ ਮਹਿਕਮਾ ਫੈਕਟਰੀਜ਼ ਐਕਟ ਵਾਲੇ। ਉਹਨਾਂ ਨੇ ਸੇਫਟੀ ਦੇਖਣੀ ਹੁੰਦੀ ਹੈ, ਵਰਕਰ ਸੇਫਟੀ, ਕਿ ਜੀ ਇਹ ਇੱਦਾਂ ਦੀ ਬਿਲਡਿੰਗ ਬਣਾਈ ਹੈ ਤਾਂ ਇਹਦੇ ਵਿੱਚ ਕੱਲ੍ਹ ਨੂੰ ਫਾਇਰ ਬ੍ਰਿਗੇਡ ਨੇ ਘੁੰਮਣਾ ਹੈ, ਕਰਨਾ ਉਹ ਕਰਨਾ, ਉਹ ਸਾਰੀਆਂ ਚੀਜ਼ਾਂ ਦੇਖ ਕੇ ਨਕਸ਼ਾ ਸਾਡਾ ਪਾਸ ਕਰ ਦਿੰਦੇ ਆ। ਜਿਹੜੇ ਪ੍ਰਾਵਧਾਨ ਬਣੇ ਹੋਏ ਨੇ, ਕਾਨੂੰਨ ਬਣੇ ਹੋਏ ਨੇ ਫੈਕਟਰੀਜ਼ ਐਕਟ ਦੇ, ਉਹਦੇ ਅੰਡਰ ਰੂਲ ਬਣੇ ਹੋਏ ਨੇ, ਰੂਲਾਂ ਦੇ ਮੁਤਾਬਕ ਚੈੱਕ ਕਰਕੇ ਉਸ ਨੂੰ ਪਾਸ ਕਰ ਦਿੰਦੇ ਨੇ। ਹੁਣ ਇੱਕ ਨਵਾਂ ਕੰਮ ਕਰਤਾ ਕਿ ਫੈਕਟਰੀ ਵਾਲੇ ਨੂੰ ਨਾਲੇ ਤਾਂ ਫੈਕਟਰੀ ਐਕਟ ਤੋਂ ਪਾਸ ਕਰਾਉਣਾ ਪਊਗਾ ਤੇ ਨਾਲੇ ਪੂਡਾ ਤੋਂ ਪਾਸ ਕਰਾਉਣਾ ਪਊਗਾ ਨਕਸ਼ਾ। ਦੋ ਮਹਿਕਮੇ ਲਾਤੇ ਸਨ, ਪੂਡਾ ਤੋਂ ਵੀ ਕਰਾਓ ਤੇ ਉਹ ਤੋਂ ਵੀ ਕਰਾਓ। ਹੁਣ ਪੂਡਾ ਦੇ ਅਲੱਗ ਖਰਚਾ ਹੈ, ਅਲੱਗ ਪ੍ਰੋਸੀਜਰ ਹੈ, ਅਲੱਗ ਰੂਲ ਨੇ, ਰੂਲ ਵੀ ਦੋਹਾਂ ਦੇ ਅਲੱਗ ਨੇ। ਜੇ ਤਾਂ ਰੂਲ ਵੀ ਸੇਮ ਹੋਵੇ ਤਾਂ ਵੀ ਚਲੋ ਗੱਲ ਕਹਿੰਦੀ ਵੀ ਖਰਚਾ ਹੀ ਲੱਗ ਹੈ, ਖਰਚਾ ਵੀ ਲੱਗ ਹੈ ਤੇ ਰੂਲ ਵੀ ਲੱਗ ਨੇ।
ਸੋ ਸਾਡੀ ਬੇਨਤੀ ਇਹ ਹੈ ਕਿ ਇਹ ਜਿਹੜਾ ਕੂੜਾ ਵਾਲਾ ਕੰਮ ਸ਼ੁਰੂ ਹੋਇਆ ਇਸ ਨੂੰ ਪਲੀਜ਼ ਬਾਈ ਮਿਹਰਬਾਨੀ ਇਹਨੂੰ ਖਤਮ ਕਰ ਦਿੱਤਾ ਜਾਵੇ। ਜੋ ਫੈਕਟਰੀ ਐਕਟ ਦੇ ਅੰਡਰ ਸਿਰਫ ਨਕਸ਼ਾ ਫੈਕਟਰੀ ਹੈ ਤਾਂ ਫੈਕਟਰੀ ਐਕਟ ਦੇ ਅੰਡਰ ਹੀ ਪਾਸ ਹੋਣਾ ਚਾਹੀਦਾ। ਇਹ ਸਾਡੀ ਇੱਕ ਹੋਰ ਬੇਨਤੀ ਤੁਹਾਡੇ ਸਾਹਮਣੇ ਹੈਗੀ ਹੈ। तो बाकी काफ़ी पॉइंट असी कवर करते हैं, सेठ साहब ने भी करते हैं, तो कुछ समय की घाट करके लिखती रूप के मैमोरेंडम असी तुहानूं देता है। बाकी जो है कोई गल जो कि चाचा सामने बैठा तो सारे इत्थों ही हाजिरी स्टेज तो प्रवान करे। तो मैं समझदा कि जिहड़ा पिछला समा रहा अपने पे कोविड का सब तो वध मुश्किलात भी तुसीं ने झल्ले ते पर उदों सब तो वध जे फ्रंट ते हो के किसी ने यह लड़ाई दे विच सरकार दा साथ दिता तो वह भी इंडस्ट्री जिहड़े बंदे सीगे साडे व्यापार मंडल के बंदे सी। क्योंकि इत्थे जदों सारे मैनूं याद आ वो दिन कि जदों सारे हथ पैर पिछे खिंच रहे सीगे तो चाहे वो राशन वंडन की गल होवे, चाहे कोई होर फैसिलिटीज़ की गल होवे, चाहे एंबूलेंसिस की गल होवे, तो तुसीं सारिਆਂ ने तो तुहाडा सारिਆਂ दा मैं इसलिए बहुत धन्नवाद करदा कि तुसीं इन्ने वधिया तरीके नाल आपां तां चलो मिलदे रहणे आ, गल्लां बातां हुंदियां रहंदियां ने। अज आपां जिहड़ी ज़्यादातर विस्तार जिहड़ी गल करनी आ वो साडे ओपी सोनी साहब जी नाल करनी आ। ते मैनूं पूर्ण उम्मीद है कि जो भी तुसीं स्टेज दे उत्तों बुलारियां ने साडियां ने गल्लां कहीआं जां तुसीं तुहाडे दिल दे विच कोई फीलिंग्स ने, कुछ मुद्दे पहलां भी सॉर्ट आउट हो चुके ने ते कुछ अगे फ्यूचर की जो तुसीं ने अज सारियां गल्लां रखियां ने, मैनूं पूर्ण उम्मीद है कि पंजाब सरकार उन्हां ते बिल्कुल बड़े वधिया तरीके नाल अमल करके साडे सोनी साहब उन्हां नूं सॉर्ट आउट करनगे। सत्कारयोग पंजाब के अहुदेदार सभा, सो अज बड़ी खुशी वाली गल है कि अज डिस्ट्रिक्ट संगरूर इंडस्ट्रीयल चैंबर ते पंजाब व्यापार मंडल के सहयोग नाल धूरी जी इत्थे व्यापारियों की मीटिंग कराई जा रही है। सो मैनूं भी हुक्म होया सी, चैंबर वालों भी हुक्म सी, पंजाब व्यापार मंडल वालों भी हुक्म सी। सो मैं अज तुहाडे च हाजिर होया, तुहाडे सारे दे दर्शन कीते ने। सो सब तो पहले तो मैं पंजाब सरकार वालों तुहाडा सारे दा धन्नवाद भी करना है। सो मैनूं याद है अज तो 20-25 दिन पहलों असी पंजाब के नर्सरिस्ट के पंजाब व्यापार मंडल की अमृतसर से एक साझी मीटिंग की। सो उस वेले मेरे नाल इंडस्ट्री मिनिस्टर कोटली जी नाल सी। सो सेठ साहब उस वेले जिहड़ियां तुसीं इंडस्ट्री दियां ते ट्रेड दियां मुश्किलां दसियां सन, सो जो कुछ भी तुसीं हुक्म कीता सी वो 90% तुहाडीआं जिहड़ियां मुश्किलां सन, चाहे व्यापार नाल रिलेटिड सन, चाहे पंजाब की इंडस्ट्री नाल रिलेटिड सन। सो पंजाब सरकार ने 90% के करीब तुहाडीआं मुश्किलां जिहड़ियां ने पिछे हल कीतियां। सो मैं समझदा जितों तक पंजाब सरकार का सवाल, जितों तक पंजाब की इंडस्ट्री का सवाल, पंजाब के ट्रेड का सवाल, सो सरकारों की बड़ी बड़ी जिम्मेवारी बनती है कि असी अपनी इंडस्ट्री भी अगे लैके जाइए, पंजाब के ट्रेड भी अगे लैके जाइए। सो साडी सरकार, साडे CM साहब चरणजीत चन्नी जी, जिन्हां दी जो वाइट जेड़े असीं लोकां नाल वादे कीते सी अज तो 5 साल पहले, सरकार की मंशा है, सरकार की सोच है कि असी फिर लोगों के दरबार से जल्दी जाना, लोगों को असी पंजाब की तरक्की लई, पंजाब की डिवेलपमेंट लई
ਅਸੀਂ ਫਿਰ ਵੋਟਾਂ ਮੰਗਣ ਜਾਣਾ ਜਿੰਨਾ ਚਿਰ 100% ਸਾਡੇ ਆ ਪਿੱਛੇ ਜਿਹੜੀ ਮੁਸ਼ਕਿਲ ਆਈ ਹੈ ਪੌਣੇ 2 ਸਾਲ ਕਰੋਨਾ ਦੀ ਭਿਆਨਕ ਬਿਮਾਰੀ ਜਿਹੜੀ ਅਸੀਂ ਸਾਰਿਆਂ ਨੇ ਰਲ ਕੇ ਲੜੀ ਤੁਹਾਡਾ ਬੜਾ ਵੱਡਾ ਸਹਿਯੋਗ ਰਿਹਾ। ਮੈਂ ਸਭ ਨਾਲ ਇਕੱਲੇ ਪੰਜਾਬ 'ਚ ਹੀ ਨਹੀਂ सारे हिंदुस्तान सारे वर्ल्ड इस बीमारी ने पैर पसारे सो तुहाडे सहयोग नाल पंजाब सरकार ने भी कोरोना की लड़ाई लड़ी। अज असीं राहत महसूस कर रहे सो दे नाल मैं समझदा जो मुश्किल आईयां भी ने मुश्किलों के जदों का देश याद होया सानू पंजाब को कोई ना कोई मुश्किल आती रही। 1965 जे हिंदुस्तान की लड़ाई असी लड़ी तो सब तो वध नुकसान उस वेले भी साडे पंजाब का होया सी, पंजाब की यूनिवर्सिटी का होया सी। सो उस तो बाद 1971 की लड़ाई में असी लड़ी उस वेले भी सब तो ज़्यादा नुकसान साडी पंजाब की यूनिवर्सिटी का होया सी। बड़ी यूनिवर्सिटी साडी जिहड़ी है पंजाब की दूजे सूबे शिफ्ट करके आतंकवाद की लड़ाई लड़ी उस वेले भी नुकसान होया पंजाब। सब तो वड्डी मुश्किल उदों आई जदों साडी सेंटर सरकार ने साडे नाल दे सूबे चाहे उत्तरांचल है चाहे हिमाचल है चाहे JNK उस वेले नाल दे सूबे जिन्नियां सहूलतां दित्तियां फ्री टैक्स इंडस्ट्री साडी पंजाब की यूनिवर्सिटी का कंपीटीशन हो गया। सो जिथे 30-35% रिलीफ सी टैक्सां की इंडस्ट्री को दूजे सूबे साडे सूबे को उस वेले इग्नोर किया गया सेंट्रल गवर्नमेंट। मैं किसी का नाम नहीं लूँगा किसी सरकार का पर उस वेले सी पंजाब वाले इग्नोर हुए। सो बहुत बड़ा साडी ट्रेड ते इंडस्ट्री का उस वेले भी नुकसान होया। साडी इंडस्ट्री जिहड़ी है वो नाल दे सूबे शिफ्ट हो गई। सो अज लोड़ है पंजाब की इंडस्ट्री को बचाने की, पंजाब के ट्रेड को बचाने की। वो तां ही बच सकती है पंजाब की इंडस्ट्री के पंजाब की ट्रेड जे इंडस्ट्री को असी कोई बैनीफिट दईए सरकार आते हैं। सो तुसीं वेख लो जिहड़ी पॉलिसी कांग्रेस सरकार ने पिछे नवी पॉलिसी लैके आती यूनिवर्सिटी उहदे च मैं समझना बहुत बड़ियां सहूलतां जिहड़ियां पंजाब की इंडस्ट्री नूं दित्तियां गईयां। सो उस दे नाल जिहड़ियां मुश्किलां तुसीं होर भी दस्सियां सन इंडस्ट्री दियां वो असीं जरूर हल कीतियां ने। जिहड़ियां वो रह गईयां भी सरकार करन जा रही। तो मैं शेर साहब तुहानूं यकीन होना तुसीं अज कोई होर मुश्किल नवीं भी दस्सियां। सो एक तो तुसीं बजट की गल कीती है इंडस्ट्री का बजट जिहड़ा है वो सरकार वालों बहुत घट रखा गया। मैं भी इस गल नाल तुहाडे नाल सहमत हां। सो फिक्र ना करो ये जिहड़ी तुसीं इंडस्ट्री के बजट की गल कीती है वो अगला बजट आउण दिओ परमात्मा कृपा करे फिर सरकार साडी रिपीट करे क्योंकि तुहाडे सहयोग नाल होनी है, तुहाडे साथ नाल सरकार दोबारा रिपीट होगी। सो मैं तुहानूं भरोसा दूंगा कि ये जिहड़ा बजट है ये कम से कम इंडस्ट्री का 5 गुना जरूर होएगा। ये तुहानूं मैं भरोसा दूंगा। तो इसके नाल
ਤੁਸੀਂ ਗੱਲ ਕੀਤੀ ਹੈ ਵਪਾਰ ਭਵਨ ਦੀ। ਸੈਂਸਰ ਸਾਹਿਬ ਮੈਂ ਪਹਿਲਾਂ ਹੀ ਕਿਹਾ ਸੀ ਤੁਸੀਂ ਐਗਜ਼ੀਬਿਸ਼ਨ ਸੈਂਟਰ ਦੀ ਗੱਲ ਕੀਤੀ ਅੰਮ੍ਰਿਤਸਰ 'ਚ। ਉਸ ਵੇਲੇ ਅਸੀਂ 10 ਏਕੜ ਜ਼ਮੀਨ ਵੀ ਤੁਹਾਡੇ ਲਈ ਜਿਹੜੀ ਹੈ ਉਹ ਅਸੀਂ ਰੱਖੀ। ਹੁਣ ਅਸੀਂ ਉਹਦਾ ਕੰਮ ਜਿਹੜਾ ਸਰਕਾਰ ਨੇ ਪਿਛਲੀ ਕੈਬਨਿਟ 'ਚ ਲਾਂਚ ਕਰਤਾ ਕਿ ਜਲਦੀ ਜਿਹੜਾ ਐਗਜ਼ੀਬਿਸ਼ਨ ਸੈਂਟਰ ਜਿਹੜਾ ਉਹ ਬਣਾ ਕੇ ਦਿੱਤਾ ਜਾਏਗਾ। ਸੋ ਸੇਠ ਸਾਹਿਬ ਫਿਕਰ ਨਾ ਕਰੋ, ਇਹ ਤੁਹਾਡੀ ਇੰਡਸਟਰੀ ਲਈ ਤੁਹਾਡੇ ਟ੍ਰੇਡ ਲਈ ਬੜਾ ਵੱਡਾ ਸੈਂਟਰ ਜਿਹੜਾ ਅੰਮ੍ਰਿਤਸਰ 'ਚ ਬਣ ਲੱਗਾ ਹੈ। ਸੋ ਤੁਹਾਨੂੰ ਵੀ ਇਹਦੇ ਬਾਰੇ ਨੌਲੇਜ ਹੈ। ਸੋ ਨਾਲ ਨਾਲ ਤੁਸੀਂ ਸ਼ਰਮਾ ਜੀ ਦੱਸ ਕੇ ਗਏ ਨੇ ਜਿਹੜਾ ਰੋਡ ਤੋਂ ਇੰਡਸਟਰੀ ਦਾ ਡਿਸਟੈਂਸ ਹੈ ਉਹ ਸ਼ਾਇਦ ਸਰਕਾਰ ਵੱਲੋਂ ਕੋਈ ਨੋਟੀਫਿਕੇਸ਼ਨ ਆਈ ਹੈ 500 ਮੀਟਰ। ਸੋ ਜੇ ਤੁਹਾਨੂੰ ਇਹ ਮੁਸ਼ਕਲ ਲੱਗਦੀ ਹੈ ਸੋ ਅਸੀਂ ਇਹਦੇ ਬਾਰੇ ਵੀ ਵਿਚਾਰ ਕਰਕੇ ਤੁਸੀਂ 50 ਮੀਟਰ ਕਿਹਾ, ਜੋ ਵੀ ਠੀਕ ਹੋਏਗਾ ਉਹ ਜ਼ਰੂਰ ਸਾਡੀ ਸਰਕਾਰ ਕਰੇਗੀ, ਜਲਦੀ ਕਰੇਗੀ। ਅਸੀਂ ਇਹ ਜੀ ਕੋਈ ਛੋਟੀ ਮੋਟੀ ਮੁਸ਼ਕਲ ਵੈਸੇ ਹੀ ਅਸੀਂ ਰਹਿ ਨਹੀਂ ਸਕਦੇ। ਸੋ ਤੁਸੀਂ ਇਹ ਜਿਹੜਾ ਟੈਕਸ ਇਹ 18 ਚ ਨੋਟੀਫਿਕੇਸ਼ਨ ਹੋਇਆ ਸੀ ਸਟੇਟ ਡਿਵੈਲਪਮੈਂਟ ਟੈਕਸ। ਸੋ 200 ਰੁਪਏ ਪਰ ਮੰਥ ਜਿਹੜਾ ਚਾਹੇ ਸਾਡਾ 18,000 ਤੋਂ ਉੱਪਰ ਜਿਹਦੀ ਸੈਲਰੀ ਹੈ ਉਹਨੂੰ ਵੀ 200 ਰੁਪਏ ਪਰ ਮੰਥ, ਇੰਡਸਟਰੀ ਵਾਲੇ ਨੂੰ ਵੀ ਟ੍ਰੇਡਰ ਨੂੰ ਵੀ ਇਹ ਟੈਕਸ ਜਿਹੜਾ ਉਸ ਨੋਟੀਫਿਕੇਸ਼ਨ 'ਚ ਲਾਇਆ ਗਿਆ ਸੀ। ਮੈਂ ਸਮਝਦਾ ਅਮਾਊਂਟ ਤੇ ਬਹੁਤ ਛੋਟੀ ਹੈ, ਕੋਈ ਜ਼ਿਆਦਾ ਨਹੀਂ, ਪਰ ਕੰਮ ਜਿਹੜਾ ਰਿਟਰਨ ਭਰਨੀ ਜਿਹੜੀ ਹੈ ਉਹ ਬੜੀ ਔਖੀ ਹੈ। ਸੋ ਅੱਗੇ ਜਿਹੜੀ ਮੁਸ਼ਕਿਲ ਸੀ ਟ੍ਰੇਡ ਦੀ, ਜਿਹੜੀ ਪਿੱਛੇ ਕੈਬਨਿਟ ਜਿਹੜੀ ਆ ਉਹ ਦੂਰ ਕੀਤੀ ਹੈ। ਸਟੇਟ ਜੇਲ੍ਹ ਸਾਹਿਬ ਤੁਹਾਡੀ ਜਿਹੜੀ ਮੁਸ਼ਕਿਲ ਸੀ ਕਿ ਸਾਡੇ ਵੈਟ ਦੀ ਜਿਹੜੀ ਤਲਵਾਰ ਲੰਮਕੀ ਆ ਵਪਾਰ ਨੇ 13 ਤੋਂ 17 ਤੱਕ ਜਿਹੜਾ ਵੈਟ ਦੀਆਂ ਰਿਟਰਨਾਂ ਦੀ ਮੁਸ਼ਕਿਲ ਜਿਹੜੀ ਵਪਾਰੀ ਬਹੁਤ ਵੱਡੀ ਮੁਸ਼ਕਿਲ ਸੀ, ਉਹਦਾ ਫੈਸਲਾ ਸਾਡੀ ਸਰਕਾਰ ਨੇ ਕੀਤਾ। ਤੁਹਾਡੇ ਕਹਿ ਤੇ ਦੁਬਾਰਾ ਨੋਟੀਫਿਕੇਸ਼ਨ ਕੀਤੀ ਆ। ਪਹਿਲੋਂ 13-14 ਦਾ ਜਿਹੜਾ ਸੀਗਾ ਉਹ ਪਿਛਲੇ ਸਾਲ ਕੀਤਾ ਸੀਗਾ, ਉਹਦੇ ਨਾਲ ਸ਼ਾਇਦ 42,000 ਜਿਹੜੇ ਸਾਡੇ ਟ੍ਰੇਡਰ ਨੇ ਉਹਨਾਂ ਨੂੰ ਉਹਦਾ ਬੈਨੀਫਿਟ ਮਿਲਿਆ ਸੀ। ਜਿਹੜੇ ਰਹਿ ਗਏ ਸੀ 14 ਤੋਂ 17 ਤੱਕ ਉਹਨੂੰ ਅਸੀਂ ਹੁਣ ਪਿਛਲੀ ਕੈਬਨਿਟ ਮੀਟਿੰਗ ਉਹ ਅਸੀਂ ਫੈਸਲਾ ਕਰਤਾ ਮਾਰਕੀਟ ਸੈਟਲਮੈਂਟ ਦਾ। ਕੋਈ ਮੁਸ਼ਕਿਲ ਛੇੜਤਾ ਤੁਹਾਨੂੰ ਅਸੀਂ ਰਹਿਣ ਨਹੀਂ ਦਿੱਤੀ। ਇਹ ਤੁਹਾਡੀ ਬਹੁਤ ਵੱਡੀ ਮੁਸ਼ਕਿਲ ਸੀ। ਜੇ ਕੋਈ ਉੱਪਰਲੇ 8,000 ਦੇ ਕਰੀਬ ਤੁਹਾਡੇ ਵਪਾਰੀ ਰਹਿ ਗਏ, ਉਹਨਾਂ ਦਾ ਹੀ ਬੜਾ ਸਿੰਪਲ ਕਰਤਾ। ਅਸੀਂ ਬਹੁਤ ਸਿੰਪਲ ਉਹਦੇ ਕਰਤਾ ਜਿਹੜਾ ਉੱਪਰਲਾ 8,000 ਟ੍ਰੇਡਰ ਸੀ। ਸੋ ਮੈਂ ਸਮਝਦਾ ਬੜੀ ਵੱਡੀ ਤੁਹਾਡੀ ਮੁਸ਼ਕਿਲ